हाँ जी स्टूडेंट्स, लास्ट टाइम तुसी वाटर ਦਾ ਇਲੈਕਟ੍ਰੋਲਿਸਿਸ ਜੋ ਹੈ ਉਹ ਟੌਪਿਕ ਡਿਸਕਸ ਕੀਤਾ ਸੀ ਤੇ ਨੈਕਸਟ ਇੱਕ ਕੁਐਸਚਨ ਆਪਾਂ ਡਿਸਕਸ ਕਰਾਂਗੇ ਅੱਜ। ਵਟ ਇਜ਼ ਦਾ ਡਿਫਰੈਂਸ ਬਿਟਵੀਨ ਇਲੈਕਟ੍ਰੋਕੈਮੀਕਲ ਸੈੱਲ ਐਂਡ ਇਲੈਕਟ੍ਰੋਲਿਟਿਕ ਸੈੱਲ। ਦੋ ਤਰ੍ਹਾਂ ਦੇ ਸੈੱਲ ਤੁਸੀਂ ਪੜ੍ਹੇ ਸੀ ਕਿ ਇੱਕ ਇਲੈਕਟ੍ਰੋਕੈਮੀਕਲ ਸੈੱਲ ਹੁੰਦਾ ਤੇ ਇੱਕ ਇਲੈਕਟ੍ਰੋਲਿਟਿਕ ਸੈੱਲ ਹੁੰਦਾ ਤੇ ਇਹਨਾਂ ਦੇ ਵਿੱਚ ਡਿਫਰੈਂਸ ਦਾ ਕੁਐਸਚਨ ਹੈ। ਸੋ ਆ ਟੇਬਲ ਬਣਿਆ ਹੋਇਆ, ਇੱਕ ਪਾਸੇ ਇਲੈਕਟ੍ਰੋਕੈਮੀਕਲ ਸੈੱਲ, ਦੂਜੇ ਪਾਸੇ ਇਲੈਕਟ੍ਰੋਲਿਟਿਕ ਸੈੱਲ। ਫਸਟ ਪੁਆਇੰਟ ਇਹਦੇ ਵਿੱਚ ਡੈਫੀਨੇਸ਼ਨ ਹੀ ਇਸ ਦੀ ਲਿਖੀ ਹੋਈ ਹੈ। It is a device which converts chemical energy into electrical energy। ਇੱਕ ਇਹੋ ਜਿਹੀ ਡਿਵਾਈਸ ਹੁੰਦੀ ਹੈ ਜਿਹਦੇ ਵਿੱਚ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕੀਤਾ ਜਾਂਦਾ। ਬਟ ਦੂਜੇ ਪਾਸੇ ਇਲੈਕਟ੍ਰੋਲਿਟਿਕ ਸੈੱਲ ਇਸ ਤੋਂ ਉਲਟ ਹੁੰਦਾ। ਇਟ ਇਜ਼ ਅ ਡਿਵਾਈਸ ਵਿਚ ਕਨਵਰਟਸ ਇਲੈਕਟ੍ਰੀਕਲ એનર્ਜੀ ਇਨਟੂ ਕੈਮੀਕਲ એનર્ਜੀ। ਬਟ ਇਹਦੇ ਵਿੱਚ ਉਲਟ ਪ੍ਰੋਸੈਸ ਹੁੰਦੀ ਹੈ ਕਿ ਜੋ ਇਲੈਕਟ੍ਰੀਕਲ એનર્ਜੀ ਹੈ ਉਹ ਪ੍ਰੋਵਾਈਡ ਕਰਵਾ ਕੇ ਬਾਹਰੋਂ ਕੈਮੀਕਲਸ ਜਿਹੜੇ ਨੇ ਉਹਨਾਂ ਨੂੰ ਐਕਟੀਵੇਟ ਕੀਤਾ ਜਾਂਦਾ ਹੈ, ਉਹਨਾਂ ਨੂੰ ਪੋਜ਼ੀਟਿਵ ਤੇ ਨੈਗੇਟਿਵਲੀ ਚਾਰਜ ਆਇਨਸ ਦੇ ਵਿੱਚ ਤੋੜਿਆ ਜਾਂਦਾ। ਮੀਨਸ ਕੈਮੀਕਲ એનર્ਜੀ ਜੋ ਹੈ ਉਹ ਪ੍ਰੋਡਿਊਸ ਕੀਤੀ ਜਾਂਦੀ ਹੈ। ਨੈਕਸਟ ਪੁਆਇੰਟ, ਦ ਟੂ ਹਾਫ ਸੈਲਸ ਆਰ ਸੈਟ ਅਪ ਇਨ ਡਿਫਰੈਂਟ ਕੰਟੇਨਰਸ ਐਂਡ ਆਰ ਕਨੈਕਟਡ ਥਰੂ ਸਾਲਟ ਬ੍ਰਿਜ। ਦੇਖਿਆ ਆਪਾਂ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਕਿ ਦੋ ਡਿਫਰੈਂਟ ਹਾਫ ਸੈੱਲ ਹੁੰਦੇ ਨੇ ਤੇ ਉਹ ਹਾਫ ਸੈਲਸ ਜਿਹੜੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਇੱਕ ਸਾਲਟ ਬ੍ਰਿਜ ਦੇ ਦੁਆਰਾ ਕਨੈਕਟ ਕੀਤਾ ਜਾਂਦਾ। ਸੋ ਇਹਦੇ ਵਿੱਚ ਦੂਜੇ ਪਾਸੇ both the electrodes are placed in the same solution। ਇੱਥੇ same ਲਿਖ ਦੇਣਾ ਤੁਸੀਂ, are placed in the same solution or an electrolyte in the same container। ਮਤਲਬ ਇੱਕ ਇਲੈਕਟ੍ਰੋਲਾਈਟ ਜਾਂ ਇੱਕ ਸੋਲਿਊਸ਼ਨ ਦੇ ਵਿੱਚ ਸੇਮ ਕੰਟੇਨਰ ਦੇ ਵਿੱਚ ਹੀ ਦੋਨੋਂ ਦੀਆਂ ਦੋਨੋਂ ਇਲੈਕਟ੍ਰੋਡਸ ਜਿਹੜੀਆਂ ਇਹਦੇ ਵਿੱਚ ਉਹ ਡਿਪ ਕੀਤੀਆਂ ਜਾਂਦੀਆਂ। ਇਹ ਤੁਸੀਂ ਬਣਾ ਕੇ ਦੇਖਿਆ ਇਹ ਪਹਿਲਾਂ ਇਲੈਕਟ੍ਰੋਲਿਟਿਕ ਸੈੱਲ ਵੀ, ਉਹਦੇ 'ਚ ਦੇਖਦੇ ਹਾਂ ਕਿ ਇੱਕ ਹੀ ਕੰਟੇਨਰ ਦੇ ਵਿੱਚ ਦੋਨੋਂ ਇਲੈਕਟ੍ਰੋਡ ਜੋ ਹੈ ਉਹ ਫਿੱਟ ਕੀਤੀਆਂ ਹੁੰਦੀਆਂ ਨੇ। In this case the redox reaction is spontaneous ਜਿਹੜਾ ਆਪਣੇ ਆਪ ਹੁੰਦਾ and is responsible for the production of electricity। ਇਸ ਕੇਸ ਦੇ ਵਿੱਚ ਕਹਿੰਦੇ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਜੋ ਰਿਡੌਕਸ ਰਿਐਕਸ਼ਨ ਹੁੰਦਾ ਉਹ ਆਪਣੇ ਆਪ ਹੀ ਹੁੰਦਾ। ਮੀਨਸ ਇੱਕ ਸੋਲਿਊਸ਼ਨ ਜੋ ਹੈ ਇੱਕ ਇਲੈਕਟ੍ਰੋਡ ਜੋ ਹੈ ਉਸ ਦੀ ਆਕਸੀਡੇਸ਼ਨ ਹੁੰਦੀ ਹੈ, ਦੂਜੇ ਦੀ ਰਿਡਕਸ਼ਨ ਹੁੰਦੀ ਹੈ। ਆਕਸੀਡੇਸ਼ਨ ਤੇ ਰਿਡਕਸ਼ਨ ਦੇ ਨਾਲ ਹੀ ਫਿਰ ਉਹ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਦੇ ਆ। ਬਟ ਦੂਜੇ ਪਾਸੇ ਇਨ ਦਿਸ ਕੇਸ ਦ ਰਿਡੌਕਸ ਰਿਐਕਸ਼ਨ ਇਜ਼ ਨੋਨ ਸਪੌਂਟੇਨੀਅਸ। ਪਰ ਦੂਜੇ ਪਾਸੇ ਆਪਣੇ ਆਪ ਰਿਡੌਕਸ ਰਿਐਕਸ਼ਨ ਨਹੀਂ ਹੁੰਦਾ, ਉੱਥੇ ਬਾਹਰੋਂ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਨੀ ਪੈਂਦੀ ਹੈ, ਫਿਰ ਆਕਸੀਡੇਸ਼ਨ ਤੇ ਰਿਡਕਸ਼ਨ ਹੁੰਦੀ ਹੈ ਐਂਡ ਦ ਇਲੈਕਟ੍ਰੀਕਲ એનર્ਜੀ ਇਜ਼ ਸਪਲਾਈਡ ਟੂ ਮੇਕ ਦ ਰਿਐਕਸ਼ਨ ਟੂ ਅਕਰ। ਇਸ ਕੇਸ 'ਚ ਇਲੈਕਟ੍ਰੀਕਲ એનર્ਜੀ ਇਲੈਕਟ੍ਰਿਸਿਟੀ ਬਾਹਰੋਂ ਸਪਲਾਈ ਕਰਕੇ ਰਿਐਕਸ਼ਨ ਕਰਵਾਇਆ ਜਾਂਦਾ। ਨੈਕਸਟ ਪੁਆਇੰਟ ਇਹਦੇ 'ਚ, ਇਨ ਇਲੈਕਟ੍ਰੋਕੈਮੀਕਲ ਸੈੱਲ ਐਨੋਡ ਇਜ਼ ਨੈਗੇਟਿਵ ਐਂਡ ਕੈਥੋਡ ਇਜ਼ ਪੋਜ਼ਿਟਿਵ। ਦੇਖਿਆ ਤੁਸੀਂ ਤੇ ਹੁਣ ਵੀ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖ ਸਕਦੇ ਹੋ ਕਿ ਇਲੈਕਟ੍ਰੋਕੈਮੀਕਲ ਸੈੱਲ ਦੇ ਵਿੱਚ ਜੋ ਐਨੋਡ ਹੈ ਉਹ ਨੈਗੇਟਿਵ ਹੁੰਦਾ ਹੈ, ਕੈਥੋਡ ਪੋਜ਼ਿਟਿਵ ਹੁੰਦਾ। ਬਟ ਦੂਜੇ ਪਾਸੇ ਬਿਲਕੁਲ ਉਲਟ, ਇਨ ਇਲੈਕਟ੍ਰੋਲਿਟਿਕ ਸੈੱਲ ਐਨੋਡ ਇਜ਼ ਪੋਜ਼ਿਟਿਵ ਐਂਡ ਕੈਥੋਡ ਇਜ਼ ਨੈਗੇਟਿਵ। ਇੱਥੇ ਉਲਟ ਹੁੰਦਾ। ਤੇ ਲਾਸਟ ਪੁਆਇੰਟ, ਦ ਇਲੈਕਟ੍ਰੋਨਸ ਮੂਵ ਫਰੋਮ ਐਨੋਡ ਟੂ ਕੈਥੋਡ। ਇਹਦੇ ਵਿੱਚ ਹੁੰਦਾ ਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਐਨੋਡ ਤੋਂ ਕੈਥੋਡ ਦੀ ਤਰਫ ਮੂਵ ਕਰਦੇ ਆ ਤੇ ਫਿਰ ਇਲੈਕਟ੍ਰਿਸਿਟੀ ਕੈਥੋਡ ਤੋਂ ਐਨੋਡ ਦੀ ਤਰਫ ਆਉਂਦੀ ਹੈ। ਬਟ ਇਹਦੇ 'ਚ ਕੀ ਹੁੰਦਾ, ਦ ਇਲੈਕਟ੍ਰੋਨਸ ਆਰ ਸਪਲਾਈਡ ਬਾਏ ਦ ਐਕਸਟਰਨਲ ਬੈਟਰੀ। ਇਹਦੇ 'ਚ ਇਲੈਕਟ੍ਰੋਨਸ ਬਾਹਰੋਂ ਸਪਲਾਈ ਕੀਤੇ ਜਾਂਦੇ ਆ ਵਿਚ ਐਂਟਰ ਥਰੂ ਕੈਥੋਡ ਐਂਡ ਕਮ ਆਊਟ ਥਰੂ ਐਨੋਡ। ਇਹ ਜਿਹਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਉਹ ਕੈਥੋਡ ਦੀ ਤਰਫ ਤੋਂ ਜਾਂਦੇ ਆ ਤੇ ਐਨੋਡ ਦੇ ਵਿੱਚੋਂ ਵਾਪਸ ਆਉਂਦੇ। ਇਸੇ ਕਰਕੇ ਇੱਥੇ ਕੈਥੋਡ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਕਿਉਂਕਿ ਇਲੈਕਟ੍ਰੋਨਸ ਉਸ ਪਾਸਿਓਂ ਸਪਲਾਈ ਕੀਤੇ ਜਾਂਦੇ ਆ। ਇਟ ਮੀਨਸ ਉੱਥੇ ਕੈਥੋਡ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ। ਸੋ ਇਹ ਸੀ ਡਿਫਰੈਂਸਸ ਦਾ ਕੁਐਸਚਨ ਇਲੈਕਟ੍ਰੋਕੈਮੀਕਲ ਸੈੱਲ ਤੇ ਇਲੈਕਟ੍ਰੋਲਿਟਿਕ ਸੈੱਲ। ਤੇ ਇਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ ਟੌਪਿਕ ਇਸ ਚੈਪਟਰ ਦਾ ਜੋ ਪੇਪਰਾਂ 'ਚ ਵੀ ਅਕਸਰ ਆ ਜਾਂਦਾ, ਸਮ ਕਮਰਸ਼ੀਅਲ ਸੈੱਲਸ ਔਰ ਬੈਟਰੀਜ਼। ਕਮਰਸ਼ੀਅਲ ਮਤਲਬ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਰੋਜ਼ ਆਪਾਂ ਯੂਜ਼ ਕਰਦੇ ਹਾਂ, ਲਾਰਜ ਸਕੇਲ 'ਤੇ ਕਿਤੇ ਇੰਡਸਟਰੀ 'ਚ ਯੂਜ਼ ਹੁੰਦੇ ਆ, ਇਹੋ ਜਿਹੇ ਸੈੱਲਸ ਜਾਂ ਬੈਟਰੀਜ਼ ਦੇ ਬਾਰੇ ਇੱਥੇ ਆਪਾਂ ਡਿਸਕਸ ਕਰਾਂਗੇ। ਸੈੱਲ ਜਾਂ ਬੈਟਰੀ ਕਹਿੰਦੇ ਕਿਹਨੂੰ ਹੈ? ਅ ਬੈਟਰੀ ਇਜ਼ ਐਨ ਅਰੇਂਜਮੈਂਟ ਆਫ ਇਲੈਕਟ੍ਰੋਕੈਮੀਕਲ ਸੈੱਲਸ ਵਿਚ ਆਰ ਯੂਜ਼ਡ ਐਜ਼ ਐਨ ਐਨਰਜੀ ਸੋਰਸ। ਕਹਿੰਦੇ ਇੱਕ ਇਲੈਕਟ੍ਰੋਕੈਮੀਕਲ ਸੈੱਲਸ ਦਾ ਅਰੇਂਜਮੈਂਟ ਹੁੰਦਾ ਜਿਹੜਾ ਐਨਰਜੀ ਦੇ ਸੋਰਸ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ, ਉਹਨੂੰ ਸੈੱਲ ਜਾਂ ਬੈਟਰੀ ਕਹਿ ਦਿੰਦੇ ਆਪਾਂ। ਤੇ ਕੋਈ ਵੀ ਜੋ ਬੈਟਰੀ ਹੈ ਉਹਦੇ ਲਈ ਕਿਆ ਉਹਦੇ ਵਿੱਚ ਜ਼ਰੂਰੀ ਜੋ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਨੇ ਜੋ ਇੱਕ ਵਧੀਆ ਬੈਟਰੀ ਦੇ ਲਈ ਨੈਸੈਸਰੀ ਨੇ। ਸੋ ਇੱਥੇ ਕੁਐਸਚਨ ਹੈ, ਵਟ ਆਰ ਦ ਯੂਜ਼ਫੁਲ ਰਿਕੁਆਇਰਮੈਂਟਸ ਵਿਚ ਅ ਬੈਟਰੀ ਸ਼ੁੱਡ ਹੈਵ। ਸੋ ਸਭ ਤੋਂ ਪਹਿਲਾ ਪੁਆਇੰਟ, ਇਟ ਸ਼ੁੱਡ ਬੀ ਲਾਈਟ, ਹਲਕੀ ਹੋਣੀ ਚਾਹੀਦੀ ਹੈ, ਐਂਡ ਕੰਪੈਕਟ, ਸਾਈਜ਼ ਦੇ ਵਿੱਚ ਛੋਟੀ ਹੋਣੀ ਚਾਹੀਦੀ ਹੈ, ਸੋ ਦੈਟ ਇਟ ਕੈਨ ਬੀ ਈਜ਼ੀਲੀ ਟਰਾਂਸਪੋਰਟਡ, ਤਾਂ ਜੋ ਇਹਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਆਸਾਨੀ ਨਾਲ ਲਿਜਾਇਆ ਜਾ ਸਕੇ। ਨੈਕਸਟ, ਇਟ ਸ਼ੁੱਡ ਹੈਵ ਰੀਜ਼ਨੇਬਲੀ ਲੌਂਗ ਲਾਈਫ ਬੋਥ ਵੈਨ ਇਟ ਇਜ਼
being used and when it is not used। ਕਹਿੰਦੇ ਇਹਦੀ ਜੋ ਲਾਈਫ ਹੈ ਉਹ ਲੰਬੀ ਹੋਣੀ ਚਾਹੀਦੀ ਹੈ ਦੋਨੋਂ ਕੇਸਿਸ ਦੇ ਵਿੱਚ, ਚਾਹੇ ਉਹਨੂੰ ਯੂਜ਼ ਕਰੀਏ ਚਾਹੇ ਨਾ ਯੂਜ਼ ਕਰੀਏ, ਲੰਬੀ ਜੋ ਲਾਈਫ ਉਹਦੀ ਹੈ ਹੋਣੀ ਚਾਹੀਦੀ ਹੈ। ਨੈਕਸਟ, ਦ ਵੋਲਟੇਜ ਆਫ ਏ ਬੈਟਰੀ ਸ਼ੁੱਡ ਨਾਟ ਵੇਰੀ ਡਿਊਰਿੰਗ ਇਟਸ ਯੂਜ਼। ਕਿ ਜਦੋਂ ਫਿਰ ਬੈਟਰੀ ਨੂੰ ਯੂਜ਼ ਕਰੀਏ ਤਾਂ ਯੂਜ਼ ਸਮੇਂ ਉਸ ਦੀ ਵੋਲਟੇਜ ਵੇਰੀ ਨਹੀਂ ਕਰਨੀ ਚਾਹੀਦੀ ਕਿ ਪਹਿਲਾਂ ਵੋਲਟੇਜ ਜ਼ਿਆਦਾ ਹੈ ਫਿਰ ਘਟ ਗਈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਦੋਂ ਤੱਕ ਪੂਰੀ ਬੈਟਰੀ ਜੋ ਹੈ ख़त्म ਨਹੀਂ ਹੋ ਜਾਂਦੀ ਉਹਦੀ ਜੋ ਵੋਲਟੇਜ ਆ ਉਹ ਕੌਨਸਟੈਂਟ ਰਹਿਣੀ ਚਾਹੀਦੀ ਹੈ। ਸੋ ਇਹ ਕੁਛ ਯੂਜ਼ਫੁਲ ਰਿਕੁਆਇਰਮੈਂਟਸ ਨੇ ਜਿਹੜੀਆਂ ਕਿਸੇ ਬੈਟਰੀ ਦੀਆਂ ਹੋਣੀਆਂ ਚਾਹੀਦੀਆਂ ਨੇ। ਤੇ ਨੈਕਸਟ ਹੁਣ ਬੈਟਰੀਜ਼ ਦੇ ਬਾਰੇ ਪੜਾਂਗੇ। ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਬੈਟਰੀਜ਼ ਜਾਂ ਸੈਲਸ। ਟਾਈਪਸ ਆਫ ਕਮਰਸ਼ੀਅਲ ਸੈਲਸ। ਦ ਕਮਰਸ਼ੀਅਲ ਸੈਲਸ ਆਫ ਟੂ ਟਾਈਪਸ। ਪਹਿਲੇ ਹੁੰਦੇ ਆ ਪ੍ਰਾਇਮਰੀ ਸੈਲਸ। ਪ੍ਰਾਇਮਰੀ ਸੈਲਸ ਉਹ ਹੁੰਦੇ ਆ ਜਿਹੜੇ ਚਾਰਜੇਬਲ ਨਾ ਹੋਣ, ਜਿਨ੍ਹਾਂ ਦਾ ਵਨ ਟਾਈਮ ਯੂਜ਼ ਹੋਵੇ। ਜਿਵੇਂ ਆਪਾਂ ਘਰਾਂ ਦੇ ਵਿੱਚ ਦੇਖਦੇ ਹਾਂ, ਆਹ ਡਰਾਈ ਸੈੱਲ ਯੂਜ਼ ਕਰਦੇ ਹਾਂ ਜੋ ਕਲੌਕ ਵਗੈਰਾ ਦੇ ਵਿੱਚ ਪਾਉਂਦੇ ਆ ਜਾਂ ਘੜੀਆਂ ਦੇ ਵਿੱਚ ਪਾਉਂਦੇ ਆਪਾਂ, ਛੋਟੇ ਸੈੱਲ ਬਟਨ ਸੈੱਲ ਜਿਹਨੂੰ ਕਹਿੰਦੇ ਆ, ਇਹ ਪ੍ਰਾਇਮਰੀ ਸੈੱਲ ਹੁੰਦੇ ਆ, ਵਨ ਟਾਈਮ ਯੂਜ਼ ਹੈ ਇਹਨਾਂ ਦਾ। ਲਿਖਿਆ ਹੋਇਆ ਦ ਸੈਲਸ ਇਨ ਵਿਚ ਦ ਇਲੈਕਟ੍ਰੋਡ ਰਿਐਕਸ਼ਨਸ ਕੈਨ ਨਾਟ ਬੀ ਰਿਵਰਸਡ ਬਾਈ ਐਨ ਐਕਸਟਰਨਲ ਇਲੈਕਟ੍ਰਿਕ ਐਨਰਜੀ ਸੋਰਸ ਆਰ ਕਾਲਡ ਪ੍ਰਾਇਮਰੀ ਸੈਲਸ। ਉਹ ਸੈਲਸ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਡ ਰਿਐਕਸ਼ਨ ਨੂੰ ਰਿਵਰਸ ਨਾ ਕੀਤਾ ਜਾ ਸਕਦਾ ਹੋਵੇ, ਮੀਨਸ ਇਹ ਫਾਰਵਰਡ ਡਾਇਰੈਕਸ਼ਨ 'ਚ ਹੀ ਚੱਲਦੇ ਆ। ਇਨ ਥੀਸ ਸੈਲਸ ਰਿਐਕਸ਼ਨਸ ਅਕਰ ਓਨਲੀ ਵੰਸ। ਸਿਰਫ ਇੱਕ ਵਾਰੀ ਰਿਐਕਸ਼ਨ ਹੁੰਦੇ ਆ। ਐਂਡ ਆਫਟਰ ਯੂਜ਼ ਦੇ ਬਿਕਮ ਡੈਡ। ਅਤੇ ਯੂਜ਼ ਕਰਨ ਤੋਂ ਬਾਅਦ ਇਹ ਬਿਲਕੁਲ ਖਤਮ ਹੋ ਜਾਂਦੇ ਆ। ਦੇਅਰਫੋਰ ਦੇ ਆਰ ਨਾਟ ਚਾਰਜੇਬਲ, ਜਿਸ ਕਰਕੇ ਇਹ ਚਾਰਜੇਬਲ ਨਹੀਂ ਹੁੰਦੇ। ਫੋਰ ਐਗਜ਼ਾਮਪਲ, ਡਰਾਈ ਸੈੱਲ ਹੁੰਦਾ ਅਤੇ ਇੱਕ ਮਰਕਰੀ ਸੈੱਲ, ਜਿਹੜਾ ਛੋਟਾ ਬਟਨ ਸੈੱਲ ਹੈ ਉਹਨੂੰ ਮਰਕਰੀ ਸੈੱਲ ਕਹਿ ਦਿੰਦੇ ਹਾਂ, ਅਤੇ ਡਰਾਈ ਸੈੱਲ ਜੋ ਆਪਾਂ ਕਲੌਕ ਵਗੈਰਾ ਦੇ ਵਿੱਚ ਪਾਉਂਦੇ ਹਾਂ। ਦੂਜੇ ਹੁੰਦੇ ਆ ਸੈਕੰਡਰੀ ਸੈਲਸ, ਜਿਹੜੇ ਚਾਰਜੇਬਲ ਹੋਣ, ਜਿਨ੍ਹਾਂ ਦੇ ਵਿੱਚ ਰਿਐਕਸ਼ਨਸ ਨੂੰ ਰਿਵਰਸ ਕੀਤਾ ਜਾ ਸਕਦਾ ਹੋਵੇ। The cells in which the electrode reactions can be reversed by applying an external electric energy source are called secondary cells. These are also called storage cells because they can be recharged by passing electric current and used again and again. ਬਾਰ-ਬਾਰ ਇਹਨਾਂ ਨੂੰ ਰੀਚਾਰਜ ਕਰਕੇ ਯੂਜ਼ ਕੀਤਾ ਜਾ ਸਕਦਾ। ਜਿਵੇਂ ਮੋਬਾਈਲ ਦੇ ਵਿੱਚ ਬੈਟਰੀ ਹੁੰਦੀ ਹੈ, ਬਾਰ-ਬਾਰ ਆਪਾਂ ਰੀਚਾਰਜ ਕਰਕੇ ਯੂਜ਼ ਕਰ ਸਕਦੇ ਹਾਂ। ਜਾਂ ਫਿਰ ਆਹ ਮੋਟਰਸਾਈਕਲ, ਕਾਰਾਂ ਜੋ ਨੇ, ਬੱਸਾਂ, ਟਰੱਕ ਵਗੈਰਾ, ਟਰੈਕਟਰ, ਇਹਨਾਂ 'ਚ ਬੈਟਰੀ ਹੁੰਦੀ ਹੈ, ਉਹਨੂੰ ਬਾਰ-ਬਾਰ ਰੀਚਾਰਜ ਕਰਕੇ ਯੂਜ਼ ਕੀਤਾ ਜਾ ਸਕਦਾ। ਸੋ ਇਹ ਜਿਹੜੇ ਨੇ ਇਹ ਸੈਕੰਡਰੀ ਸੈਲਸ ਹੁੰਦੇ ਆ। ਐਗਜ਼ਾਮਪਲ ਹੈ ਲੈਡ ਸਟੋਰੇਜ ਬੈਟਰੀ। ਆ ਲੈਡ ਸਟੋਰੇਜ ਬੈਟਰੀ ਹੀ ਹੁੰਦੀ ਹੈ ਜਿਹੜੀ ਮੋਟਰਸਾਈਕਲ, ਕਾਰਾਂ ਦੇ ਵਿੱਚ ਹੁੰਦੀ ਹੈ। ਜਾਂ ਨਿਕਲ ਕੈਡਮੀਅਮ ਸਟੋਰੇਜ ਸੈੱਲ ਹੁੰਦਾ, ਜਿਵੇਂ ਆ ਮੋਬਾਈਲ ਦੇ ਵਿੱਚ ਬੈਟਰੀ ਹੁੰਦੀ ਹੈ, ਨਿਕਲ ਕੈਡਮੀਅਮ ਸਟੋਰੇਜ ਸੈੱਲ ਹੁੰਦਾ। ਸੋ ਇਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਬਾਅਦ ਦੇ ਵਿੱਚ। ਅੱਜ ਦੇ ਲਈ ਤੁਹਾਡਾ ਇੰਨਾ ਹੀ ਟੌਪਿਕ ਸੀ। ਨੈਕਸਟ ਟੌਪਿਕ ਜੋ ਹੈ ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।